ਚੰਨੀ ਜੀ, ਦੇਖੋ ਰਾਜਪਾਲ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਸੱਦੇ ਜਾਣ ਵਾਲੇ ਸੈਸ਼ਨ ਨੂੰ ਬੁਲਾਉਣ ਨਹੀਂ ਦੇ ਰਹੇ। ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ, ਕਹਿੰਦੇ ਕਿ ਜੇਕਰ ਹੁਣ ਬੀਜੇਪੀ ਨੂੰ ਰਾਸ਼ਟਰਪਤੀ ਕਹਿ ਦਿੰਦੇ ਕਿ ਨਹੀਂ ਅਸੀਂ ਨਹੀਂ ਸੱਦਣ ਦੇਣਾ ਤੁਹਾਨੂੰ ਇਜਲਾਸ, ਫਿਰ ਤੁਸੀਂ ਕੀ ਕਰਦੇ? ਗੱਲ ਤਾਂ ਦੇਸ਼ ਦੇ ਲੋਕਾਂ ਦੀ ਉਹ ਕਰਨੀ ਸੀ ਨਾ ਸੈਸ਼ਨ 'ਚ। ਦੇਖੋ ਗੌਰਵ ਜੀ, ਗੱਲ ਇਹ ਹੈਗੀ ਹੈ, ਮੇਰਾ ਵੀਰ ਛੋਟਾ ਅਹਿਬਾਬ ਕਈ ਗੱਲਾਂ ਕਰ ਰਿਹਾ, ਕਈ ਗੱਲਾਂ ਨਹੀਂ ਕਰ ਰਿਹਾ। ਮੈਂ ਇਹ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਜੇ ਤੁਸੀਂ ਕਨਸਟੀਟਿਊਸ਼ਨ ਨੂੰ ਪੜ੍ਹੋ ਤੇ ਬਹੁਤ ਜਾਣਿਆਂ ਨੂੰ, ਮੇਰਾ ਖਿਆਲ 90% ਲੋਕਾਂ ਨੂੰ ਇਹ ਨਹੀਂ ਪਤਾ ਵੀ ਫੁੱਲ ਫਾਰਮ ਆਫ ਪਾਰਲੀਮੈਂਟ ਕੀ ਹੈ। ਪਾਰਲੀਮੈਂਟ ਕੰਸਿਸਟ ਆਫ ਫਸਟ ਪ੍ਰੈਜ਼ੀਡੈਂਟ, ਦੈਨ ਰਾਜ ਸਭਾ, ਦੈਨ ਲੋਕ ਸਭਾ। ਇਸੇ ਤਰ੍ਹਾਂ ਅੰਡਰ ਆਰਟੀਕਲ 168 ਜਿਹੜੀ ਅਸੈਂਬਲੀ ਹੈਗੀ, ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈ, that consists of first ਗਵਰਨਰ। ਜੇ ਇੱਕ ਹਾਊਸ ਹੈ, ਇੱਕ ਹਾਊਸ, ਕਈ ਸਟੇਟਾਂ 'ਚ 2 ਹਾਊਸਸ ਨੇ ਤਾਂ 2 ਹਾਊਸ, ਮਤਲਬ ਜਿਹੜੇ ਇਨ ਗਵਰਨਰ ਤੋਂ ਬਿਨਾਂ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਬਿਨਾਂ ਅਸੈਂਬਲੀ ਕੰਪਲੀਟ ਨਹੀਂ ਹੈਗੀ। ਔਰ ਉਹ ਬਹੁਤ ਅਹਿਮ ਪਾਰਟ ਨੇ, ਉਹ ਹੈਗੇ ਤਾਂ ਹੈਗੇ, ਨਹੀਂ ਤਾਂ ਨਹੀਂ ਹੈ। ਔਰ ਜਦੋਂ ਗਵਰਨਰ ਜਦੋਂ ਪਪੂਲਰ ਗਵਰਨਮੈਂਟ ਹੁੰਦੀ ਹੈ, ਉਦੋਂ ਆਰਡਰਸ ਆਰ ਇਸ਼ੂਡ ਇਨ ਦੀ ਨੇਮ ਆਫ ਦੀ ਗਵਰਨਰ ਆਫ ਪੰਜਾਬ। ਜਦੋਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਹੈਗਾ, ਪਪੂਲਰ ਗਵਰਨਮੈਂਟ ਨਹੀਂ ਹੁੰਦੀ, ਉਦੋਂ ਐਵਰੀ ਆਰਡਰ ਇਜ਼ ਇਸ਼ੂਡ ਇਨ ਦੀ ਨੇਮ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਪੰਜਾਬ ਦੇ ਵਿੱਚ ਸ਼ਾਇਦ ਤੁਹਾਨੂੰ ਤਾਂ ਪਤਾ ਹੋਣਾ, ਪਰ ਮੈਂ ਫਿਰ ਵੀ ਕਲੈਰੀਫਿਕੇਸ਼ਨ ਆਸੇ ਦੱਸ ਰਿਹਾ, ਉਦੋਂ ਪ੍ਰੈਜ਼ੀਡੈਂਟ ਦੇ ਨਾਂ ਤੇ ਸਾਰੇ ਆਰਡਰ ਇਸ਼ੂ ਹੁੰਦੇ। ਸੋ ਜੇ ਇਹ ਆਰਟੀਕਲ 163 ਪੜ੍ਹ ਲੈਣ, ਜਿਹੜਾ ਕਿ ਜੇ ਤੁਸੀਂ ਥੋੜਾ ਟਾਈਮ ਦੇ ਦਿਓ ਮੈਂ ਜਲਦੀ ਮੁਕਾ ਕਨਕਲੂਡ ਕਰ ਲਓ। ਕਾਉਂਸਲ ਆਫ ਮਿਨਿਸਟਰਸ ਟੂ ਏਡ ਐਂਡ ਐਡਵਾਈਸ ਗਵਰਨਰ, ਉਹ 'ਚ ਲਿਖਿਆ there shall be a CMM, Council of Minister, Chief Minister as head, to aid and advise the governor in the exercise of his functions, except in so far as he is by or under this constitution required to exercise his functions or any of them in his discretion. In his discretion ਲਿਖਿਆ ਇਹਦੇ ਵਿੱਚ ਕਿ CM ਦੀ ਤੇ Council of Minister ਦੀ ਡਿਊਟੀ ਹੈ to inform him about to give aid and advice for the affairs of the state. ਇੱਕ ਗੱਲ ਫਿਰ ਉਹ ਕਹਿੰਦਾ, ਜੇ if any question rises whether any matter is or is not a matter as a respect which the governor is by or under this constitution required to act in his discretion, the decision of the governor in his discretion shall be final. ਮਤਲਬ ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਿਹਾ, ਪਰ ਜੇਕਰ ਥੋੜਾ ਹੋਰ ਐਲੈਬੋਰੇਟ ਕਰਕੇ ਸੌਖੇ ਸ਼ਬਦਾਂ 'ਚ ਦੱਸ ਸਕੋ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਤੁਸੀਂ ਕਹਿਣਾ ਚਾਹ ਰਹੇ ਹੋ ਕਿ ਰਾਜਪਾਲ ਨੂੰ ਹਰ ਇੱਕ ਪੁਆਇੰਟ ਇਨਫੋਰਮ ਕਰਨਾ ਜ਼ਰੂਰੀ ਹੁੰਦਾ ਹੈ ਕਨਸਟੀਟਿਊਸ਼ਨ ਦੇ ਮੁਤਾਬਿਕ? ਇੱਕ ਗੱਲ, ਹਾਂ ਬਿਲਕੁਲ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਉਹਦੀ ਡਿਸਕ੍ਰਿਸ਼ਨ ਹੈਗੀ ਹੈ ਉਹ ਵੀ ਫਾਈਨਲ ਹੈ। ਸ਼ੈਲ ਬੀ ਲਿਖਿਆ ਹੈ, ਵੈਲ ਬੀ ਨਹੀਂ ਲਿਖਿਆ, ਸ਼ੈਲ ਬੀ ਫਾਈਨਲ ਐਂਡ ਵੋਂਟ ਬੀ ਕਾਲਡ ਇਨ ਕੁਐਸਚਨ। ਉਹਦੇ ਤੇ ਕੋਈ ਕਿੰਤੂ ਪ੍ਰੰਤ ਨਹੀਂ ਕਰ ਸਕਦਾ ਕਿ ਉਹਨੇ ਉਹ ਕਿਉਂ ਮੰਗੀ ਸੀ। ਜਿਹੜੀ ਉਹਦੀ ਡਿਸਕ੍ਰਿਸ਼ਨ ਨੂੰ ਵੀ ਤੁਸੀਂ ਕੁਐਸਚਨ ਨਹੀਂ ਕਰ ਸਕਦੇ। ਮੈਂ ਉਹੀ ਕਹਿ ਰਿਹਾ ਕਿ ਜੇ ਮੈਂ ਇਹ ਕਹਿਣਾ ਕਿ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ, ਕਹਿੰਦੇ 75 ਸਾਲ 'ਚ ਨਹੀਂ ਹੋਇਆ, ਤੁਸੀਂ ਰਿਵਾਇਤਾਂ ਤੋੜ ਰਹੇ ਹੋ। ਬਹੁਤ ਸਾਰੀਆਂ ਚੀਜ਼ਾਂ ਰਿਵਾਇਤਾਂ ਦੇ ਮੁਤਾਬਿਕ ਚੱਲਦੀਆਂ ਰਹਿੰਦੀਆਂ ਨੇ। ਮੈਂ ਉਸ ਗੱਲ ਤੇ ਆ ਰਿਹਾ। ਬੜੀ ਇੰਟਰਸਟਿੰਗ ਕੁਐਸਚਨ ਹੈ, ਬੜੀ ਇੰਟਰਸਟਿੰਗ ਡਿਬੇਟ ਹੋ ਰਹੀ ਹੈ ਔਰ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ। ਤੁਸੀਂ ਇਹ ਦੱਸੋ 75 ਸਾਲਾਂ ਦੀ ਹਿਸਟਰੀ ਦੇ ਵਿੱਚ ਪੰਜਾਬ ਅਸੈਂਬਲੀ ਦੇ ਵਿੱਚ ਕਦੇ ਕੌਨਫੀਡੈਂਸ ਮੋਸ਼ਨ ਆਈ? ਇਹਨਾਂ ਨੇ ਇੱਕ ਦਿਨ ਦਾ ਸੈਸ਼ਨ ਮੰਗਿਆ, ਉਹਦੇ ਵਿੱਚ 92 ਇਹਨਾਂ ਦੇ MLA ਨੇ ਕਹਿੰਦੇ ਆ ਜੀ ਆਪਰੇਸ਼ਨ ਲੋਟਸ ਦਾ ਚਲਾਤਾ, ਜਿਹੜਾ ਸਾਰਾ ਜਾਲ ਵਿਛਾਤਾ, ਤੇ ਇਹਨਾਂ ਨੂੰ ਹਰਪਾਲ ਚੀਮਾ ਜੀ ਨੇ ਸ਼ਿਕਾਇਤ ਦੇਤੀ। ਜਾਂ ਤਾਂ ਸ਼ਿਕਾਇਤ ਝੂਠੀ ਹੈ ਜਾਂ ਫਿਰ ਪੁਲਿਸ ਦੀ ਕਮੀ ਹੈ ਕਿ ਇਹਨਾਂ ਕੋਲੇ 14 ਦਿਨਾਂ ਦੇ ਬਾਅਦ ਵੀ ਅੱਜ ਤੱਕ ਉਹਦੀ ਕੋਈ ਕਿੰਤੂ ਪਰੰਤੂ ਕੋਈ ਕਾਰਵਾਈ। 1375 ਕਰੋੜ ਕਹਿੰਦੇ ਆਇਆ ਪੰਜਾਬ 'ਚ, ਤੇ ਜੇ ਇਹਨਾਂ ਨੂੰ ਪਤਾ ਵੀ ਪੰਜਾਬ 'ਚ ਕਿਹੜੇ ਲੀਡਰ ਕੋਲੇ ਆਇਆ ਤੇ ਫਿਰ ਰੇਡ ਕਰਕੇ ਉਹਨੂੰ ਕੱਢ ਲੈਂਦੇ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਬਾਕੀ ਮਹਿਮਾਨ ਕਰ ਰਹੇ ਨੇ। ਛੋਟਾ ਜਿਹਾ ਜਵਾਬ ਦਿਓ ਗਰੇਵਾਲ ਸਾਹਿਬ। ਮੈਂ ਵਲਟੋਹਾ ਜੀ ਔਰ ਸਾਹਿਬ ਦਾ ਰੁਕ ਕਰਨਾ, ਪਲੀਜ਼ ਛੋਟਾ ਜਿਹਾ ਜਵਾਬ। ਕਹਿੰਦੇ ਰਿਵਾਇਤਾਂ ਦਾ ਤੁਸੀਂ ਜ਼ਿਕਰ ਨਾ ਕਰੋ, ਕੌਨਫੀਡੈਂਸ ਮੋਸ਼ਨ 75 ਸਾਲ 'ਚ ਨਹੀਂ ਆਇਆ ਸੀ, ਤੁਸੀਂ ਰਿਵਾਇਤ ਤੋੜੀ ਹੈ ਤੇ ਫਿਰ ਉਸ ਦਾ ਅੱਗੇ ਨਤੀਜਾ ਹੈ। ਜੀ 1981 'ਚ ਆਈ ਸੀ ਸਰ, ਬਿਲਕੁਲ ਆਈ ਸੀ। ਐਂਡ ਚੰਨੀ ਸਰ ਇੱਕ ਬਹੁਤ ਛੋਟੀ ਜਿਹੀ ਇਹਨਾਂ ਨੇ ਸਭ ਦੱਸਤਾ, ਏਡ ਐਡਵਾਈਸ ਡਿਸਕ੍ਰੈਸ਼ਨ ਸਭ ਕਹਿਤਾ ਕਿ ਗਵਰਨਰ ਦੀ ਮਰਜ਼ੀ, ਗਵਰਨਰ ਦੀ ਮਾਨਸ਼ਾ। ਬਟ ਸਭ ਤੋਂ ਜ਼ਰੂਰੀ ਗੱਲ ਗੌਰਵ ਜੀ ਹੈ ਕਿ ਉਹਦੀ ਲਾਈਨ ਸ਼ੁਰੂ ਹੁੰਦੀ ਹੈ, ਗਵਰਨਰ ਐਂਡ ਦ ਪ੍ਰੈਜ਼ੀਡੈਂਟ ਆਰ ਬਾਉਂਡ ਬਾय द एडवाइस ऑफ द कैबिनेट। ਉਹ ਬਾਧਿਆ ਇਹਨਾਂ ਲਈ ਕੈਬਨਿਟ ਜੋ ਕਹਿ ਦਿੰਦਾ, ਗਵਰਨਰ ਤੇ ਰਾਸ਼ਟਰਪਤੀ ਨੂੰ ਮੰਨਣਾ ਪੈਂਦਾ। ਦੂਜੀ ਗੱਲ ਸਰ ਨੇ ਕਹੀ
ਮੇਰੇ ਪਿਓ ਸਮਾਨ ਨੇ। ਮੈਂ ਇੱਕ ਗੱਲ ਕਹਿ ਰਿਹਾ, ਇਹਨਾਂ ਨੇ ਗੱਲ ਕਹੀ ਪ੍ਰੈਜ਼ੀਡੈਂਟ ਜਿਹੜੇ ਨੇ ਸਰ, ਰਾਜ ਸਭਾ ਰਾਜ ਜਿਹੜੇ ਸੀਗੇ, ਜਿਹੜੇ ਰਾਜ ਸੀਗੇ, ਜਿਹੜੇ 532 ਰਾਜ ਸੀ, ਸ਼ੁਰੂ ਚ ਉਹਨਾਂ ਦੀ ਸਭਾ ਬਣੀ ਸੀ। ਹੁਣ ਕਾਉਂਸਲ ਆਫ ਐਲਡਰਸ ਹੈ। ਜੇ ਲੋਕ ਸਭਾ ਇੱਕ ਕਾਨੂੰਨ ਬਣਾ ਕੇ ਭੇਜਦੀ ਹੈ, ਰਾਜ ਸਭਾ ਨੂੰ ਵੀ ਮੰਨਣਾ ਪੈਂਦਾ ਤੇ ਰਾਸ਼ਟਰਪਤੀ ਨੂੰ ਵੀ ਮੰਨਣਾ ਪੈਂਦਾ। ਸਿਰਫ ਇੱਕ ਵਾਰੀ ਵਾਪਸ ਭੇਜ ਸਕਦੇ ਆ ਡਿਸਕ੍ਰੈਸ਼ਨ ਲਈ। ਹੁਣ ਸਰ ਮੈਂ ਇੱਕ ਚੀਜ਼ ਅਗਲੇ ਦੋਵਾਂ ਨੂੰ ਪੁੱਛਣਾ ਚਾਹੂੰਗਾ, ਕਾਂਗਰਸ ਤੇ ਅਕਾਲੀ ਦਲ ਆਪਣਾ ਸਟੈਂਡ ਕਲੀਅਰ ਕਰ ਦੇਣ ਕਿ ਕੀ ਉਹ ਇਸ ਚੀਜ਼ ਤੇ ਸੰਵਿਧਾਨ ਨਾਲ, ਫੈਡਰਲ ਸਟਰਕਚਰ ਨਾਲ, ਸੰਘੀ ਢਾਂਚੇ ਨਾਲ ਖੜੇ ਨੇ ਕਿ ਜੋ ਬੀਜੇਪੀ ਕਹਿ ਰਹੀ ਹੈ ਉਹਦੇ ਨਾਲ ਖੜੇ ਨੇ। ਮਤਲਬ ਤੁਹਾਡੇ ਹਿਸਾਬ ਦੇ ਨਾਲ ਸੰਘੀ ਢਾਂਚੇ ਦੇ ਉੱਤੇ, ਫੈਡਰਲ ਸਿਸਟਮ ਦੇ ਉੱਤੇ, ਸੰਵਿਧਾਨ ਦੇ ਉੱਤੇ ਹਮਲਾ ਹੋ ਰਿਹਾ, ਤੁਸੀਂ ਇਹੀ ਕਹਿ ਰਹੇ ਹੋ? ਸਰ ਹੱਦ ਹੀ ਕਰਤੀ ਸੰਘੀ ਢਾਂਚੇ ਦੇ ਐਡੇ ਹਮਲੇ ਕੀਤੇ। ਸਾਰੀ 7 ਸਟੇਟਾਂ ਦੀਆਂ ਸਰਕਾਰਾਂ ਬਦਲੀਆਂ, ਹੱਦ ਕਰਤੀ ਪੰਜਾਬ 'ਚ ਨਹੀਂ ਬਦਲੇਗੀ। ਹੁਣ ਬੋਲਣ ਬੜੇ ਦੇਰ ਦਾ ਇੰਤਜ਼ਾਰ ਕਰ ਰਹੇ ਨੇ। ਬਲਟੋਹਾ ਸਾਹਿਬ, ਤੁਸੀਂ ਵਿਧਾਨ ਸਭਾ ਦੀਆਂ ਕਾਰਵਾਈਆਂ ਬਹੁਤ ਨੇੜੇ ਤੋਂ ਔਰ ਬਹੁਤ ਸੀਨੀਅਰ ਹੋ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਲੋਕਾਂ ਦਾ ਮੁੱਦਾ, ਮੈਂ ਪੂਰੀ ਡਿਬੇਟ ਅੱਜ ਉਸ ਦੇ ਉੱਤੇ ਕਰ ਰਹੇ ਹਾਂ ਕਿ ਜੇਕਰ ਪੰਜਾਬ ਦੇ ਨੌਜਵਾਨ ਸਾਨੂੰ ਸੁਣ ਰਹੇ ਹੋਣ ਤਾਂ ਉਹ ਇਹ ਗੱਲ ਨੂੰ ਸਮਝਣ ਕਿ ਆਖਿਰ ਜੇ ਗੱਲਬਾਤ ਹੋ ਰਹੀ ਹੈ ਤਾਂ ਕਿਹੜੇ ਸਿਰੇ ਪਾਸੇ ਜਾ ਰਹੀ ਹੈ। ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿ ਵਾਕਈ ਹੀ ਅਜਿਹੀ ਸਥਿਤੀ ਇਸ ਸਮੇਂ ਆ ਗਈ ਹੈ ਕਿ ਰਾਜਪਾਲ ਸੰਵਿਧਾਨ ਨੂੰ ਤਾਕ ਦੇ ਉੱਤੇ ਰੱਖ ਕੇ ਕੁਝ ਡਿਸੀਜਨ ਲੈ ਰਹੇ ਨੇ, ਜੋ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ, ਜਾਂ ਦੂਜੇ ਪਾਸੇ ਜੋ ਬੀਜੇਪੀ ਦਾ ਤਰਕ ਹੈ ਕਿ ਰਵਾਇਤਾਂ ਟੁੱਟੀਆਂ ਨੇ, ਉਸ ਹਿਸਾਬ ਨਾਲ ਗੱਲਾਂ ਹੋ ਰਹੀਆਂ ਨੇ ਤੇ ਸੰਵਿਧਾਨ ਦੇ ਮੁਤਾਬਿਕ ਹੀ ਕਦਮ ਚੁੱਕੇ ਜਾ ਰਹੇ ਨੇ ਰਾਜਪਾਲ ਦੇ ਵੱਲੋਂ। ਵਲਟੋਹਾ ਜੀ, ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਤੇ ਗੱਲ ਜਿਹੜੀ ਹੈਗੀ ਹੱਥ ਬੰਨ੍ਹ ਕੇ ਬੇਨਤੀ ਹੈ, ਟੂ ਮੱਚ ਵਾਲੀ ਗੱਲ ਬੜੀ ਚੱਲ ਰਹੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਹੱਦ ਹੋ ਗਈ, ਮਤਲਬ ਟੂ ਮੱਚ। ਗਵਰਨਰ ਸਾਹਿਬ ਟੂ ਮੱਚ। ਅੱਗੋਂ ਗਵਰਨਰ ਸਾਹਿਬ ਨੇ ਕਹਿਤਾ ਕਿ ਮੈਨੂੰ ਇੰਜ ਲੱਗਦਾ ਹੈ ਕਿ ਤੁਹਾਨੂੰ ਮੇਰੇ ਤੇ ਟੂ ਮੱਚ ਗੁੱਸਾ ਹੈ। ਨਾ ਤਾਂ ਮੈਂ ਸੀਐਮ ਸਾਹਿਬ ਵਾਲੇ ਟੂ ਮੱਚ ਵਾਲੇ ਪਾਸੇ ਜਾਣਾ ਚਾਹੁੰਦਾ, ਨਾ ਮੈਂ ਗਵਰਨਰ ਸਾਹਿਬ ਦੇ ਟੂ ਮੱਚ ਵਾਲੇ ਪਾਸੇ ਜਾਣਾ ਚਾਹੁੰਦਾ, ਪਰ ਡਰਾਮਾ ਬਹੁਤ ਟੂ ਮੱਚ ਹੋ ਰਿਹਾ ਹੈ, ਨਟੰਕੀ ਬਹੁਤ ਟੂ ਮੱਚ ਹੋ ਰਹੀ ਹੈ, ਹੱਦ ਹੋ ਗਈ ਹੈ, ਹੱਦਾਂ ਪਾਰ ਕਰ ਗਈ ਹੈ ਜਿਹੜੀ ਨਟੰਕੀ ਹੈ। ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਕੌਣ ਕਰ ਰਿਹਾ ਸਰ ਜਿਹੜੀ ਕੈਬਨਿਟ ਹੈ, ਮੈਂ ਉਸੇ ਗੱਲ ਤੇ ਹੋਣਾ ਚਾਹੁੰਦਾ ਜੀ। ਸਾਰਾ ਕੁਝ ਐਕਸਪਲੇਨ ਕਰੋ, ਸਿਰਫ 2 ਮਿੰਟ ਦੇ ਦਿਓ। ਜਿਹੜੀ ਕੈਬਨਿਟ ਹੈ ਉਹਦੇ ਕੋਲ ਅਧਿਕਾਰ ਹੈ ਸੈਸ਼ਨ ਸੱਦਣ ਦਾ। ਉਹ ਸੈਸ਼ਨ ਜਿਹੜਾ ਸੱਦਿਆ ਜਾਂਦਾ ਹੈ ਬਕਾਇਦਾ ਵਿਧਾਨ ਸਭਾ ਦੇ ਰਾਹੀਂ ਪ੍ਰਕਿਰਿਆ ਹੋ ਕੇ, ਜਿਹੜਾ ਜੋ ਬਿਜ਼ਨਸ ਹੁੰਦਾ ਆ ਟੈਂਟੇਟਿਵ ਬਿਜ਼ਨਸ, ਜੇ ਵੱਧ ਦਿਨਾਂ ਦਾ ਸੈਸ਼ਨ ਹੈ ਤੇ ਟੈਂਟੇਟਿਵ ਬਿਜ਼ਨਸ ਜਿਹੜਾ ਆ ਉਹ ਸਪੀਕਰ ਸਾਹਿਬ ਨੂੰ ਮਨਜ਼ੂਰੀ ਵਾਸਤੇ ਭੇਜਿਆ ਜਾਂਦਾ, ਨਾਲ ਪ੍ਰਵਾਨਗੀ ਵਾਸਤੇ ਸੈਸ਼ਨ ਦੀ। ਤੇ ਜੇ 1 ਦਿਨ ਦਾ ਸੈਸ਼ਨ ਹੋਵੇ, ਜਿਹਨੂੰ ਸਪੈਸ਼ਲ ਸੈਸ਼ਨ ਕਹਿੰਦੇ ਆ, ਤੇ ਫਿਰ ਉਹ ਕਿਸ ਮੁੱਦੇ ਤੇ ਸੱਦਿਆ ਗਿਆ ਇਹ ਲਿਖ ਕੇ ਭੇਜਿਆ ਜਾਂਦਾ। ਇਹ ਬਕਾਇਦਾ ਰਿਕਾਰਡ 'ਚ ਸ਼ਾਮਲ ਹੈ। ਟੈਂਟੇਟਿਵ ਏਜੰਡਾ ਜਿਹੜਾ ਆ ਉਹ ਜਿਹੜਾ ਲੰਬਾ ਚੱਲਦਾ ਹੋਵੇ, ਤੇ ਜਿਹੜਾ ਸਪੈਸ਼ਲ ਸੈਸ਼ਨ ਹੈ ਕਿਸ ਮੁੱਦੇ ਵਾਸਤੇ ਤੁਹਾਨੂੰ ਸੱਦਿਆ ਉਹਦੇ ਵਾਸਤੇ। ਪਹਿਲੀ ਤਾਂ ਗੱਲ ਹੈ ਕਿ ਇਸ ਗੱਲ ਤੇ ਹੈਰਾਨੀ ਹੈ ਕਿ ਜੇ ਗਵਰਨਰ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡੀ ਨਿਯਮਾਵਲੀ ਦੇ ਮੁਤਾਬਕ ਨਹੀਂ, ਕਾਨੂੰਨ ਦੇ ਮੁਤਾਬਕ ਨਹੀਂ, ਤੁਸੀਂ ਕੋਈ ਏਜੰਡਾ ਜਾਂ ਬਿਜ਼ਨਸ ਮੈਨੂੰ ਭੇਜੋ। ਅੱਛਾ ਚਲੋ, ਹੁਣ ਬਿਜ਼ਨਸ ਵਾਲੇ ਪਾਸੇ ਵੀ ਆ ਗਏ, ਹੁਣ ਭੇਜ ਵੀ ਦਿੱਤਾ ਸਭ ਕੁਝ। ਹੁਣ ਜਿਹੜੀ ਗੱਲ ਕਹਿੰਦੇ, ਜਿਹੜੇ ਵਿੱਚੋਂ ਕਹਿੰਦੇ ਸੀਗੇ ਕਿ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਹੈ ਉਹ ਤੈਅ ਕਰਦੀ ਹੈ ਜੀ, ਸਪੀਕਰ ਤੈਅ ਕਰਦਾ ਹੈ। ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ 'ਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹੁੰਦੇ। ਤੇ ਮੈਂ ਇਹ ਦੱਸਣਾ ਚਾਹਣਾ ਹੈ, ਚੰਨੀ ਸਾਹਿਬ ਬੈਠੇ ਨੇ, ਬੜੇ ਤਗੜੇ ਬਿਊਰੋਕਰੇਟ ਨੇ, ਇਹਨਾਂ ਦਾ ਵਿਧਾਨ ਸਭਾ ਨਾਲ ਵਾਹ ਪੈਂਦਾ ਰਿਹਾ, ਤੁਹਾਡਾ ਵੀ ਪੈਂਦਾ ਰਿਹਾ ਬਤੌਰ ਪੱਤਰਕਾਰ। ਬਿਜ਼ਨਸ ਜਿਹੜਾ ਟੈਂਟੇਟਿਵ ਜਿਹੜਾ ਗਵਰਨਰ ਸਾਹਿਬ ਨੂੰ ਭੇਜਿਆ ਜਾਂਦਾ, ਜਿਸ ਦਿਨ ਵਿਧਾਨ ਸਭਾ ਸ਼ੁਰੂ ਹੁੰਦੀ ਹੈ, ਜੇ ਲੰਬੇ ਸਮੇਂ ਵਾਸਤੇ ਚੱਲਣੀ ਹੋਵੇ, ਵੱਧ ਦਿਨਾਂ ਵਾਸਤੇ ਚੱਲਣੀ ਹੋਵੇ, ਤੇ ਫਿਰ ਉਸੇ ਹੀ ਸੈਸ਼ਨ ਦੀ ਸਮਾਪਤੀ ਤੋਂ ਬਾਅਦ, ਪਹਿਲੇ ਦਿਨ ਵਾਲੇ ਤੋਂ ਬਾਅਦ ਫਿਰ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੁੰਦੀ, ਜਿਸ ਦੇ ਵਿੱਚ ਤੈਅ ਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਕਿਹੜਾ ਬਿਜ਼ਨਸ ਕਿਸ ਤਰੀਕੇ ਨਾਲ ਲਿਆ ਜਾਣਾ ਹੈ।